डेस्क जॉब वर्कर्स के लिए मोस्टली ये प्रॉब्लम देखने को मिलती है कि नेक पेन है या बैक पेन है या इवन फुट में स्वेलिंग भी आ जाती है कई बार। इसमें जो आपका हिप और नी एंगल है ना, ये 90 डिग्री होना चाहिए विद फ्लैट फीट, है ना, फीट ऑन द ग्राउंड। तो आप सबसे पहले इसको थोड़ा सा नीचे करो, चेयर को सिर्फ हल्का सा, बस, ठीक है। अब ये 90-90 रिलैक्स हो। ਲਗਾਤਾਰ 8 ਘੰਟੇ ਬੈਠਣਾ ਪੈਂਦਾ ਹੈ। ਇਸੇ ਵਰਕਿੰਗ ਆਵਰਸ ਦੇ ਵਿੱਚ ਕੋਈ ਐਕਟੀਵਿਟੀ ਅਜਿਹੀ ਹੈ ਕਿ ਬੜੇ ਸੌਖੇ ਤਰੀਕੇ ਨਾਲ ਵਰਕਰ ਕਰ ਸਕਦੇ ਨੇ। ਅਸੀਂ ਕਹੀਏ ਕਿ ਵੀ ਪਿੱਠ ਨੂੰ ਸਿੱਧੇ ਰੱਖ ਕੇ ਬੈਠਣਾ ਹੈ ਨਾ, ਇਹ ਆਪਣੇ ਆਪ 'ਚ ਇੱਕ ਐਕਟੀਵਿਟੀ ਹੈ। ਮੋਸਟਲੀ ਸਾਰੇ ਇਸ ਤਰ੍ਹਾਂ ਹੋ ਜਾਂਦੇ ਆ ਕੰਮ ਕਰਦੇ ਕਰਦੇ ਤੇ ਰਿਅਲਾਈਜ਼ ਨਹੀਂ ਕਰਦੇ। ਤੇ ਅਸੀਂ ਉਹਨਾਂ ਨੂੰ ਇਹ ਦੱਸਿਆ ਵੀ ਤੁਸੀਂ ਥੋੜੀ ਦੇਰ ਬਾਅਦ ਫੋਰ ਸੇ ਅੱਧੇ ਘੰਟੇ ਦੇ ਗੈਪ ਦੇ ਬਾਅਦ ਹੀ ਆਪਣੀ ਪਿੱਠ ਨੂੰ ਸਿੱਧੇ ਕਰਨ ਦਾ ਰਿਮਾਈਂਡਰ ਦਿਓ ਆਪਣੇ ਆਪ ਨੂੰ। Myself, Dr. Ruchi Vashni, National Head of Indian Association of Physiotherapists Women's, फिजियोथेरेपिस्ट और फिजियोथेरेपी की महत्ता आज समाज से छिपी हुई नहीं है। कोई भी डिपार्टमेंट हो हॉस्पिटल का, वो बिना फिजियोथेरेपिस्ट के अधूरा है। ਆਪਣੇ ਸ਼ੋਲਡਰਸ ਨੂੰ ਇਦਾਂ ਪਿੱਛੇ ਦੀ ਤਰ੍ਹਾਂ ਰੋਟੇਟ ਕਰੋ। ਆਪਣੀ ਚਿਨ ਜੇ ਤੁਹਾਨੂੰ ਲੱਗਦਾ ਹੈ ਕਿ ਵੀ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਸਟਿਫਨੈਸ ਹੈ, ਉਹਨੂੰ ਰਿਲੈਕਸ ਕਰੋ, ਹੈ ਨਾ, ਇਸ ਤਰ੍ਹਾਂ ਹੱਥ ਰੱਖ ਕੇ ਉਹਨੂੰ ਰਿਲੈਕਸ ਕੀਤਾ ਜਾਏ ਤੇ ਦੇਖਿਆ ਜਾਏ। ਬੋਡੀ ਅਵੇਅਰਨੈਸ ਬਹੁਤ ਜ਼ਰੂਰੀ ਹੈ। ਪੋਸਚਰ ਅਸੀਂ ਅਸੈਸ ਕੀਤਾ ਤੇ ਜੇ ਆ ਪੋਸਚਰ ਇਸ ਤਰ੍ਹਾਂ ਜਾ ਰਿਹਾ ਹੈ ਲਗਾਤਾਰ ਕੰਮ ਕਰਨ ਵਾਸਤੇ ਤੇ ਅਸੀਂ ਉਹਨਾਂ ਨੂੰ ਕਵਾਂਗੇ ਦੋਨੋਂ ਹੱਥਾਂ ਨੂੰ ਇਦਾਂ ਪਿੱਛੇ ਫੜ ਲਓ ਤੇ ਆਪਣੇ ਦੋਨੋਂ ਸ਼ੋਲਡਰਸ ਨੂੰ ਇਦਾਂ ਪਿੱਛੇ ਦੀ ਤਰ੍ਹਾਂ ਸਟ੍ਰੈਚ ਕਰੋ, ਠੀਕ ਹੈ। ਉਸ ਤੋਂ ਬਾਅਦ ਦੋਨੋਂ ਹੱਥਾਂ ਨੂੰ ਇਦਾਂ ਤੁਸੀਂ ਸਿਰ ਦੇ ਪਿੱਛੇ ਰੱਖ ਕੇ ਬਿਲਕੁਲ ਇਸ ਤਰ੍ਹਾਂ ਤੇ ਇਦਾਂ ਸਟ੍ਰੈਚ ਕਰੋ। ਇਹ ਖੁਦ ਹੀ ਸਟ੍ਰੈਚ ਕਰ ਸਕਦੇ ਹਾਂ ਅਸੀਂ ਇਸ ਤਰ੍ਹਾਂ ਟੂਵਰਡਸ ਦ ਰੂਫ। ਅੱਖਾਂ ਦਾ ਲੈਵਲ ਹੋਏਗਾ ਤੇ ਥੋੜਾ ਜਿਹਾ ਅਸੀਂ ਪਿੱਛੇ ਦੀ ਤਰਫ ਸਟ੍ਰੈਚ ਕੀਤਾ। ਉਸ ਤੋਂ ਬਾਅਦ ਜਿਸ ਚੇਅਰ ਤੇ ਅਸੀਂ ਕੰਮ ਕਰ ਰਹੇ ਆ ਉਸੇ ਚੇਅਰ ਨੂੰ ਫੜ ਕੇ, ਜਿਵੇਂ ਤੁਸੀਂ ਸਮਝੋ ਕਿ 1 ਘੰਟਾ ਲਗਾਤਾਰ ਕੰਮ ਕੀਤਾ ਤੇ ਉਸ ਤੋਂ ਬਾਅਦ ਉਸੇ ਚੇਅਰ ਨੂੰ ਫੜ ਕੇ ਅਸੀਂ ਹੀਲ ਪੰਪਸ ਕੀਤੇ, ਹੈ ਨਾ, ਹੀਲ ਰੇਜ਼ਸ ਕੀਤੇ। ਇਹਨੂੰ ਕਾਫ ਪੰਪ ਵੀ ਕਿਹਾ ਜਾਂਦਾ ਹੈ। ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਹਾ ਕਿ ਲੈਗ ਨੂੰ ਗੋਲ ਘੁਮਾਓ ਬਾਹਰ ਨੂੰ, ਇਸ ਤਰ੍ਹਾਂ ਘੁਮਾ ਲਓ, ਹੈ ਨਾ, ਤਾਂ ਕਿ ਉਹਨਾਂ ਦੇ ਸਾਰੇ ਮਸਲਸ ਚੱਲਦੇ ਰਹਿਣ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਸੁਰੂਚੀ। ਅਕਸਰ ਆਫਿਸਿਸ ਦੇ ਵਿੱਚ ਸਿਟਿੰਗ ਜੌਬ ਵਾਲਿਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਬਹੁਤੇ ਵਾਰ ਤਾਂ ਹੀ ਨਹੀਂ ਪਤਾ ਹੁੰਦਾ ਕਿ ਸਿਟਿੰਗ ਕਿਵੇਂ ਕਰਨੀ ਹੈ, ਪੋਸਚਰ ਕਿਵੇਂ ਦਾ ਹੋਣਾ ਚਾਹੀਦਾ। ਤੇ ਅੱਜ ਸਾਡੇ ਵਿਚਕਾਰ ਕਹਾਂਗੇ ਅਜਿਹੇ ਜਿਹੜੇ ਨੇ ਉਹ ਸ਼ਖਸ ਮੌਜੂਦ ਨੇ। ਡਾਕਟਰ ਦਿਵਿਤਾ ਖਾਸ ਕਰਕੇ ਸਾਡੇ ਵਿੱਚ ਪਹੁੰਚੇ ਨੇ ਆਪਣੀ ਅਜਿਹੀ ਐਕਟੀਵਿਟੀ ਦੇ ਨਾਲ ਤਾਂ ਕਿ ਲੋਕਾਂ ਨੂੰ ਖਾਸ ਕਰਕੇ ਜਿਹੜੇ ਸਿਟਿੰਗ ਜੌਬਸ ਕਰਦੇ ਨੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਪਹਿਲਾਂ ਤਾਂ ਵੈਲਕਮ ਕਰਾਂਗੇ ਡਾਕਟਰ ਦਿਵਿਤਾ ਦਾ। ਤੁਹਾਡਾ ਬਹੁਤ-ਬਹੁਤ ਵੈਲਕਮ ਹੈ ਮੈਮ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਧੰਨਵਾਦ ਮੈਨੂੰ ਇੱਥੇ ਇਨਵਾਈਟ ਕਰਨ ਦਾ। ਤੇ ਅੱਜ ਅਸੀਂ ਐਕਟੀਵਿਟੀ IAPWC ਦੇ ਅੰਡਰ ਦ ਗਾਈਡੈਂਸ ਆਫ ਆਰ ਪ੍ਰੈਜ਼ੀਡੈਂਟ ਸਰ ਡਾਕਟਰ ਸੰਜੀਵ ਝਾ ਐਂਡ ਨੈਸ਼ਨਲ ਹੈਡ ਡਾਕਟਰ ਰੂਚੀ ਮੈਮ, ਉਹਨਾਂ ਦੀ ਗਾਈਡੈਂਸ ਦੇ ਅੰਡਰ ਅਸੀਂ ਐਕਟੀਵਿਟੀ ਕੀਤੀ। ਤੇ ਮੇਨ ਮਕਸਦ ਇਹ ਐਕਟੀਵਿਟੀ ਕਰਨ ਦਾ ਇਹ ਇੱਕ ਵਰਕਸ਼ਾਪ ਹੀ ਕੀਤੀ ਅਸੀਂ। ਉਹ ਸੀਗਾ कि अवेयरनेस क्रिएट करना रिगार्डिंग अर्गोनॉमिक्स हमने असेस की, टीच की। अर्गोनॉमिक्स क्या होता है? बेसिकली ये देखना कि ਜਿਹੜੇ ਡੈਸਕ ਦੇ ਉੱਤੇ ਬੈਠ ਕੇ ਅਸੀਂ 6 ਤੋਂ 8 ਘੰਟੇ ਕੰਮ ਕਰਨਾ ਹੈ, ਉਸ ਡੈਸਕ ਦੀ ਹਾਈਟ ਤੇ ਜੋ ਉਹਦੇ ਤੇ ਇਨਸਾਨ ਬੈਠ ਕੇ ਕੰਮ ਕਰ ਰਿਹਾ ਹੈ ਉਹਦੀ ਹਾਈਟ, ਉਹਦੀ ਬੋਡੀ ਦੀ ਕੰਪੈਟੇਬਿਲਿਟੀ ਕ੍ਰੀਏਟ ਕਰਨਾ ਤਾਂ ਕਿ ਸਪਾਈਨ ਰਿਲੇਟਡ ਪ੍ਰੋਬਲਮਸ ਨਾ ਹੋਣ, ਉਹਦਾ ਪੋਸਚਰ ਕਰੈਕਟ ਰਹੇ। ਤੇ ਅਸੀਂ ਉਹਨਾਂ ਨੂੰ ਪੋਸਚਰ ਟ੍ਰੇਨਿੰਗ ਦਿੱਤੀ, ਕਰੈਕਟ ਕੀਤਾ ਉਹਨਾਂ ਦਾ ਪੋਸਚਰ। ਅੱਜ ਅਸੀਂ ਇੱਥੇ ਸਾਨੂੰ ਜਿਹੜੀ ਓਪਰਚੁਨਿਟੀ ਮਿਲੀ है, ਅਸੀਂ ਉਹਦੇ ਵਿੱਚ मोर देन 100 जो डेस्क वर्कर्स हैं उनके डेस्क पे जाके हमने असेसमेंट की। मेरे साथ यहाँ डॉक्टर पुनीत आए हैं, एक हमारे और डॉक्टर आए, डॉक्टर लक्ष्मी। हमने टीम वर्क किया और हमने इसीलिए इतना नंबर जो है कवर कर लिया। तो उसमें हमने ये देखा कि मोस्ट ऑफ देम वर कंप्लेनिंग कि भी सानू नैक की दिक्कत रहती है, पिठ की दिक्कत रहती है ना। तो असी कोशिश की कि उन्होंने फर्दर किवें प्रिवेंट किया जाए तो जो एक्सरसाइजिज उन्होंने दस सकते सी असी कि उन्होंने वो जी प्रॉब्लम है वो ठीक हो जाए, वो भी असी दसियाँ। हाँ मैम, क्योंकि बड़ा अच्छा तुसीं कहा कि इत्थे भी वर्कर्स ने यही कहा कि शोल्डर दी और बैक दी बड़ी दिक्कत आती है क्योंकि लगातार 8 घंटे बैठना पैंदा। ਇਸੇ ਵਰਕਿੰਗ ਆਵਰਸ ਦੇ ਵਿੱਚ ਕੋਈ ਐਕਟੀਵਿਟੀ ਅਜਿਹੀ ਹੈ ਕਿ ਬੜੇ ਸੌਖੇ ਤਰੀਕੇ ਨਾਲ ਵਰਕਰ ਕਰ ਸਕਦੇ ਨੇ? जी जी मैम, बहुत सारिया ऐसी एक्टिविटीज़ ने जो कि असी उन्होंने सिखाइया। जिमें फॉर एग्जाम्पल असी कहीए कि भी पिठ नूं सीधे रख के बैठना, है ना, ये अपने आप 'च एक एक्टिविटी है। मोस्टली सारे इस तरह हो जाते हैं काम करते करते तो रियलाइज़ नहीं करते। तो असी उन्होंने ये दसिया भी तुसीं थोड़ी देर बाद फॉर से अद्धे घंटे के गैप के बाद ही अपनी पिठ नूं सीधे करन दा रिमाइंडर दो अपने आप नूं। अपने शोल्डरस नूं इदां पिछे की तरह रोटेट करो। अपनी चिन जे तुहानूं लगदा है कि भी इत्थे तुहानूं बहुत ज़्यादा स्टिफनैस है, उन्होंने रिलैक्स करो, है ना, इस तरह हथ रख के उन्होंने रिलैक्स किया
ਕੀਤਾ ਜਾਏ ਤੇ ਦੇਖਿਆ ਜਾਏ ਬੋਡੀ ਅਵੇਅਰਨੈਸ ਬਹੁਤ ਜ਼ਰੂਰੀ ਹੈ, ਆਪਣੇ ਪੋਸਚਰ ਕਰੈਕਟ ਕਰਨਾ ਬਹੁਤ ਜ਼ਰੂਰੀ ਹੈ ਇਦਾਂ ਦੀ ਪ੍ਰੋਬਲਮਸ ਤੋਂ ਬਚਣ ਵਾਸਤੇ। ਕਿਉਂਕਿ ਅਕਸਰ ਚੇਅਰ ਤੇ ਜਦੋਂ ਬੈਠਦੇ ਨੇ ਤੇ ਅੱਗੇ ਜਿਹੜੀ ਪੋਜੀਸ਼ਨ ਹੁੰਦੀ ਹੈ ਟੇਬਲ ਦੀ ਤਾਂ ਸਾਰੇ ਝੁੱਕ ਕੇ ਹੀ ਬੈਠਦੇ ਨੇ। ਬੈਕ ਦਾ ਵੀ ਇਹੀ ਕਾਰਨ ਠੀਕ ਹੈ ਕਿਉਂਕਿ ਪੋਸਚਰ ਸਮਝ ਆਉਂਦਾ ਕਿ ਝੁਕਿਆ ਹੋਇਆ ਹੈ, ਕਿ ਜਦੋਂ ਸ਼ੋल्डर ਤੇ ਪੇਨ ਹੁੰਦੀ है ਤਾਂ भी ਇਸੇ करके ਹੁੰਦੀ है। यस मैम, क्या होता है कि हमारी जो स्पाइन है वो हमारे यहाँ हेड के नीचे से स्टार्ट होके पूरा लोअर बैक तक है ना, बिल्कुल स्पाइन जा रही है। तो जब हम एक एरिया को स्ट्रेस में डालेंगे तो ऑटोमेटिकली जो उसके साथ अटैच दूसरा एरिया है वो भी स्ट्रेस में जाएगा। तो ज़रूरी नहीं है कि शोल्डर की पेन अगर किसी को रह रही है तो उसको बैक पेन भी हो सकता है। कई बार क्या होता है जैसे जिनकी हाइट कम है उनको ज़्यादा नहीं झुकना पड़ रहा है ना, तो उनमें ज़्यादा शोल्डर राउंडेड हमें नहीं दिखेंगे। हमें क्या दिखेगा कि उनको जो प्रॉब्लम आ रही है वो उनके पैर ऊंचे रहने की वजह से आ रही है। तो हमने उनको गाइड किया कि जैसे पैरों को सपोर्ट करो, फुट रेस्ट रखो, ऐड करो। तो इसीलिए जो जिनकी हाइट बहुत ज़्यादा थी और उनके टेबल के कंपैरेटिव हमने उनको एडवाइस किया कि आप बहुत ज़्यादा मत झुको, अपने हल्का सा टेबल वर्किंग लेवल को बेसिकली, ऑब्वियसली हम टेबल नहीं चेंज कर सकते, तो वर्किंग लेवल को रेज करो, लैपटॉप स्क्रीन को थोड़ा सा रेज कर लो जिससे उनका आई लेवल जो है वो मेंटेन रहे और उनको ज़्यादा झुकना ना पड़े। इस तरह से ਸਿਟਿੰਗ ਤੋਂ ਇਲਾਵਾ ਕਿਉਂਕਿ 8 ਘੰਟੇ ਵਰਕਿੰਗ ਆਵਰਸ ਹੁੰਦੇ ਨੇ, ਉਸ ਤੋਂ ਬਾਅਦ ਘਰ ਦੇ ਵਿੱਚ ਵੀ ਕੋਈ ਐਕਸਰਸਾਈਜ਼ ਕੀਤੀ ਜਾ ਸਕਦੀ ਹੈ ਤਾਂ ਕਿ 8 ਘੰਟੇ ਵਾਲਾ ਜਿਹੜਾ ਉਹ ਰਿਲੀਫ ਕੁਝ ਮਿੰਟਾਂ ਦੇ ਵਿੱਚ ਮਿਲ ਸਕੇ। ਮੈਮ ਇਹਦੇ ਵਿੱਚ ਦੇਖੋ ਬਹੁਤ ਸਾਰੀ ਐਸੀ ਐਕਸਰਸਾਈਜ਼ਸ ਨੇ ਜਿਨ੍ਹਾਂ ਨੂੰ ਅਸੀਂ ਸਪਾਈਨਲ ਐਕਸਟੈਂਸ਼ਨ ਐਕਸਰਸਾਈਜ਼ਸ ਦੀ ਕੈਟਾਗਰੀ ਦੇ ਅੰਦਰ ਦੱਸਦੇ ਹਾਂ। ਉਹ ਅਸੀਂ ਇੱਥੇ ਇਹਨਾਂ ਨੂੰ ਗਾਈਡ ਵੀ ਕੀਤੀਆਂ ਨੇ ਤੇ ਉਹ ਡੈਫੀਨਿਟਲੀ ਕੀਤੀ ਜਾ ਸਕਦੀ ਹੈ, ਜਿਹਦੇ ਨਾਲ ਸਾਡੀ ਰੀੜ੍ਹ ਦੀ ਹੱਡੀ ਦੇ ਮਸਲਸ ਜੋ ਨੇ ਉਹਨਾਂ ਦੀ ਸਟਰੈਂਥ ਮੇਨਟੇਨ ਰਹਿੰਦੀ ਹੈ ਤੇ ਉਹ ਜ਼ਿਆਦਾ ਘੰਟੇ ਵਾਸਤੇ ਕੰਮ ਵੀ ਕਰ ਸਕਦੇ ਨੇ ਵਿਦਆਊਟ ਕਾਜ਼ਿੰਗ ਐਨੀ ਪ੍ਰੋਬਲਮ। ਮੈਂ ਚਾਹੁੰਦੀ ਕਿ ਇੱਕ ਐਕਸਰਸਾਈਜ਼ ਜਿਹੜੀ ਹੈ ਜਿਹੜੇ ਸੌਖੇ ਤਰੀਕੇ ਦੇ ਨਾਲ ਹੋ ਸਕੇ ਉਹ ਜ਼ਰੂਰ ਤੁਸੀਂ ਕੈਮਰੇ ਤੇ ਦੱਸੋ। ਹਾਂ ਮੈਂ ਦੱਸ ਦਿੰਦੀ ਹਾਂ ਮੈਮ ਉਹਦਾ ਇੱਕ ਔਨ ਜਿਵੇਂ ਮੈਮ ਫੋਰ ਐਗਜ਼ਾਮਪਲ ਅਸੀਂ ਦੇਖਦੇ ਹਾਂ ਵੀ ਆਹ ਪੋਸਚਰ ਅਸੀਂ ਅਸੈਸ ਕੀਤਾ ਤੇ ਜੇ ਆ ਪੋਸਚਰ ਇਸ ਤਰ੍ਹਾਂ ਜਾ ਰਿਹਾ ਹੈ ਲਗਾਤਾਰ ਕੰਮ ਕਰਨ ਵਾਸਤੇ ਤੇ ਅਸੀਂ ਉਹਨਾਂ ਨੂੰ ਕਵਾਂਗੇ ਦੋਨੋਂ ਹੱਥਾਂ ਨੂੰ ਇਦਾਂ ਪਿੱਛੇ ਫੜ ਲਓ ਤੇ ਆਪਣੇ ਦੋਨੋਂ ਸ਼ੋਲਡਰਸ ਨੂੰ ਇਦਾਂ ਪਿੱਛੇ ਦੀ ਤਰ੍ਹਾਂ ਸਟ੍ਰੈਚ ਕਰੋ, ਠੀਕ ਹੈ। ਉਸ ਤੋਂ ਬਾਅਦ ਦੋਨੋਂ ਹੱਥਾਂ ਨੂੰ ਇਦਾਂ ਤੁਸੀਂ ਸਿਰ ਦੇ ਪਿੱਛੇ ਰੱਖ ਕੇ ਬਿਲਕੁਲ ਇਸ ਤਰ੍ਹਾਂ ਤੇ ਇਦਾਂ ਸਟ੍ਰੈਚ ਕਰੋ। ਇਹ ਖੁਦ ਹੀ ਸਟ੍ਰੈਚ ਕਰ ਸਕਦੇ ਅਸੀਂ ਇਸ ਤਰ੍ਹਾਂ, ਹੈ ਨਾ। ਉਸ ਤੋਂ ਬਾਅਦ ਅਸੀਂ ਦੋਨੋਂ ਹੱਥਾਂ ਨੂੰ ਇਸ ਤਰ੍ਹਾਂ ਪਿੱਛੇ ਫੜਨਾ ਹੈ ਤੇ ਅਸੀਂ ਸਪਾਈਨ ਨੂੰ ਪਿੱਛੇ ਦੀ ਤਰ੍ਹਾਂ ਇਦਾਂ ਟੁਵਰਡਸ ਦ ਰੂਫ, ਅੱਖਾਂ ਦਾ ਲੈਵਲ ਹੋਏਗਾ ਤੇ ਥੋੜਾ ਜਿਹਾ ਅਸੀਂ ਪਿੱਛੇ ਦੀ ਤਰਫ ਸਟ੍ਰੈਚ ਕੀਤਾ। ਉਸ ਤੋਂ ਬਾਅਦ ਜਿਸ ਚੇਅਰ ਤੇ ਅਸੀਂ ਕੰਮ ਕਰ ਰਹੇ ਹਾਂ ਉਸੇ ਚੇਅਰ ਨੂੰ ਫੜ ਕੇ, ਜਿਵੇਂ ਤੁਸੀਂ ਸਮਝੋ ਕਿ 1 ਘੰਟਾ ਲਗਾਤਾਰ ਕੰਮ ਕੀਤਾ ਤੇ ਉਸ ਤੋਂ ਬਾਅਦ ਉਸੇ ਚੇਅਰ ਨੂੰ ਫੜ ਕੇ ਅਸੀਂ ਹੀਲ ਪੰਪਸ ਕੀਤੇ, ਹੈ ਨਾ, ਹੀਲ ਰੇਜ਼ਸ ਕੀਤੇ, ਇਹਨੂੰ ਕਾਫ ਪੰਪ ਵੀ ਕਿਹਾ ਜਾਂਦਾ ਹੈ। ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਹਾ ਕਿ ਲੈਗ ਨੂੰ ਗੋਲ ਘੁਮਾਓ ਬਾਹਰ ਨੂੰ, ਇਸ ਤਰ੍ਹਾਂ ਘੁਮਾ ਲਓ, ਹੈ ਨਾ, ਤਾਂ ਕਿ ਉਹਨਾਂ ਦੇ ਸਾਰੇ ਮਸਲਸ ਚੱਲਦੇ ਰਹਿਣ। ਫਿਰ ਇਸ ਤਰ੍ਹਾਂ, ਕਿਉਂਕਿ ਜਦ ਉਹ ਲਗਾਤਾਰ ਬੈਠੇ ਨੇ ਤੇ ਉਹਨਾਂ ਦਾ ਆ ਵੀ ਏਰੀਆ ਜਿਹੜਾ ਹੈ ਉਹ ਇੱਕੋ ਹੀ ਪੋਜੀਸ਼ਨ ਦੇ ਵਿੱਚ ਕਾਫੀ ਦੇਰ ਸਟਿਫ ਰਹਿ ਰਿਹਾ ਹੈ। ਤੇ ਅਸੀਂ ਇਸ ਤਰ੍ਹਾਂ ਦੀ ਕਾਫੀ ਐਕਸਰਸਾਈਜ਼ਸ ਦੱਸੀਆਂ ਨੇ। Myself, Dr. Ruchi Vashni, National Head of Indian Association of Physiotherapists Women's। फिजियोथेरेपिस्ट और फिजियोथेरेपी की महत्ता आज समाज से छिपी हुई नहीं है। फ्रॉम होम टू फ्रॉम पीडियाट्रिक टू जेरियाट्रिक, कोई भी डिपार्टमेंट हो हॉस्पिटल का वो बिना फिजियोथेरेपिस्ट के अधूरा है। हर स्पेशलाइज्ड मेडिकल प्रोफेशनल को जरूरत पड़ती है एक फिजियोथेरेपिस्ट को, चाहे वो आईसीयू है चाहे वो स्पोर्ट्स का मैदान है। उसी चीज को ध्यान में रखते हुए इंडियन एसोसिएशन ऑफ फिजियोथेरेपिस्ट की 3rd नेशनल विमेन विंग की कॉन्फ्रेंस का थीम हमने रखा है फिजियोथेरेपी इंटीग्रेटिंग विद 3S, दैट इज स्कूल, स्पोर्ट्स एंड सोसाइटी। जैसा कि विदेशों में होता है, हमारा भारत देश कहीं ना कहीं थोड़ा पिछड़ा हुआ रहा कि हमें स्कूल के बच्चों को फिजियोथेरेपी की कब जरूरत पड़ती है पता नहीं है। उनको ना केवल इंजरी पे या किसी स्पोर्ट्स इवेंट में जब वो मेडल के पास होते हैं तब जरूरत पड़ने की जगह जरूरत रहती है व्हेन दे एंटर द स्कूल, राइट फ्रॉम द प्री नर्सरी लेवल। देयरफॉर ये जो मुहिम है प्रीहैब टू रीहैब, मतलब विदाउट इंजरी, अगर बच्चे को ये पता है कि उसका रेंज ऑफ मोशन, उसकी मसल स्ट्रेंथ, फ्लेक्सिबिलिटी, एजिलिटी कैसी है, दैट विल हेल्प टू अचीव मोर गोल्स फॉर इंडिया। एंड विद दिस सेकेंड इनिशिएटिव जो इंडियन एसोसिएशन ऑफ फिजियोथेरेपिस्ट का है, दैट इज फिजियोथेरेपी टू फिजियोपैथी, फिजियोथेरेपी एज अ सिस्टम, रिकॉग्नाइज्ड सिस्टम ऑफ मेडिसिन। बहुत ज्यादा सपोर्ट हमें देश में बहुत बड़े बड़े मंत्रियों से, ब्यूरोक्रेट से, सेलिब्रिटीज से मिल रहा है। इवन वी हैव डिस्कस्ड इट विद आवर हेल्थ मिनिस्टर ऑल्सो। सो फिजियोथेरेपी शुड बी रिकॉग्नाइज्ड एज अ सिस्टम ऑफ मेडिसिन। और पूरे देश, मतलब पूरे विश्व में इंडिया को ये एक इनिशिएटिव लेके दिखा देना चाहिए और प्रूव करना चाहिए दैट यस, अ फिजियोथेरेपिस्ट कैन बी अ बैकबोन ऑफ द एंटायर मेडिकल प्रोफेशन सिस्टम। थैंक यू।
ਸਰ ਵਰਕਿੰਗ ਆਵਰਸ ਦੇ ਵਿੱਚ ਹੀ EMPLOYEES ਨੂੰ ਵਰਕਰਸ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ, ਸਪਾਈਨਲ ਦੇ ਨਾਲ ਰਿਗਾਰਡਿੰਗ ਹੋ ਗਈਆਂ, ਬੈਕ ਦੀਆਂ ਹੋ ਗਈਆਂ, ਸ਼ੋਲਡਰ ਦੇ ਨਾਲ ਹੋ ਗਈਆਂ, ਔਰ ਜਿਸ ਤਰ੍ਹਾਂ ਦੇ ਨਾਲ ਪੂਰੀ ਟੀਮ ਦੇ ਵੱਲੋਂ ਅੱਜ ਆਪਣਾ ਸਮਾਂ ਕੱਢ ਕੇ ਜਿਹੜਾ ਵਰਕਰਸ ਨੂੰ ਇਹ ਸਮਝਾਇਆ ਗਿਆ, ਇਹ ਵਾਕਈ ਦੇ ਵਿੱਚ ਕਾਰਗਰ ਜ਼ਰੂਰ ਸਾਬਿਤ ਹੋਵੇਗਾ।